ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ। ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਾਨਾ। ਤੁਮ ਕਰਹੁ ਭਲਾ ਹਮ ਭਲੋ ਨਾ ਜਾਣਹਿ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਸ਼ਰਨ ਨਾਥ ਤੋਰੀ ਸ਼ਰਨ ਜੋਗ ਸਰਣੰ, ਪ੍ਰਭੂ ਦਰਸ ਪਾਏ ਮਿਟੇ ਜਨਮ ਮਰਣੰ। ਮਮ ਪਾਹ ਤਵੈ ਸਰਣ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜੂਰ ਸਾਨੂੰ ਸਤ ਸੰਗਤ ਵਿੱਚ ਲੈ ਕੇ ਆਏ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਆਰੰਭ ਕਰਵਾਈ ਹੈ ਹਜੂਰ ਨੇ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਲਗਭਗ 27 ਸਾਲ ਹਜੂਰ ਨੇ ਬਾਬਾ ਬਕਾਲਾ ਸਾਹਿਬ ਭੌਰਾ ਸਾਹਿਬ ਵਿੱਚ ਹਜੂਰ ਨੇ। ਸਾਧ ਸੰਗਤ ਜੀ, ਜਿਸ ਤਰ੍ਹਾਂ ਨਾਮ ਸਿਮਰਨ ਨਿਜ ਸਰੂਪ ਵਿੱਚ ਹਜੂਰ ਲੀਨ ਰਹੇ। ਜਿਸ ਸਮੇਂ ਹਜੂਰ ਸਾਧ ਸੰਗਤ ਜੀ ਮੱਖਣ ਸ਼ਾਹ ਲੁਬਾਣੇ ਨੂੰ ਸੇਵਾ ਮਿਲੀ, ਹਜੂਰ ਪ੍ਰਗਟ ਹੋਏ, ਛੱਤ ਤੇ ਚੜ੍ਹ ਕੇ ਆਖਿਆ ਸੀ, ਗੁਰ ਲਾਦੋ ਰੇ ਗੁਰ ਲਾਦੋ ਰੇ, ਸਾਚਾ ਗੁਰ ਲਾਦੋ ਰੇ। ਉਸ ਸਮੇਂ ਸਾਧ ਸੰਗਤ ਜੀ ਸੰਗਤਾਂ ਨੇ ਬੜੇ ਪ੍ਰੇਮ ਨਾਲ ਹਜੂਰ ਲਈ ਤਖਤ ਸਜਾਇਆ। ਹਜੂਰ ਲਈ ਜੋ ਮੱਖਣ ਸ਼ਾਹ ਜੀ ਸਨ, ਸੁੰਦਰ ਪੁਸ਼ਾਕੇ ਲੈ ਕੇ ਆਏ। ਤਾਂ ਸਾਧ ਸੰਗਤ ਜੀ ਸੰਗਤਾਂ ਦੇ ਬੇਨਤੀ ਕਰਨ ਤੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਤਖਤ ਤੇ ਸੱਜ ਬੈਠੇ ਹਨ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ। 27 ਸਾਲ ਲਗਭਗ ਹਜੂਰ ਬੰਦਗੀ ਤੋਂ ਬਾਅਦ ਜਿਸ ਸਮੇਂ ਆਪਣੇ ਮੁਖ ਤੋਂ ਹਜੂਰ ਬਚਨ ਕਰਦੇ ਹਨ, ਗੁਰਸਿੱਖ ਸੰਗਤਾਂ ਸਾਧ ਸੰਗਤ ਜੀ ਖਿੱਚੀਆਂ
ਉੱਚੀਆਂ ਤੁਰੀਆਂ ਆਉਂਦੀਆਂ ਹਨ। ਹਿਰਦੇ ਦੇ ਵਿੱਚ ਤਾਂਘ ਹੈ ਗੁਰਸਿੱਖਾਂ ਦੇ ਕਿ ਮਹਾਰਾਜ ਜੀ ਮੁਖ ਤੋਂ ਕੁਝ ਬੋਲਣ। ਆਓ ਸਾਧ ਸੰਗਤ ਜੀ, ਅੱਜ ਟੋਡੀ ਰਾਗ ਵਿੱਚ ਹਜੂਰ ਦਾ ਇੱਕ ਸ਼ਬਦ ਜੋ ਹਜੂਰ ਨੇ ਉਚਾਰਨ ਕੀਤਾ ਹੈ ਆਪਣੇ ਮੁਖਾਰ ਬਿੰਦ ਤੋਂ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਪਹੁੰਚੀਏ। ਹਜੂਰ ਤਖਤ ਤੇ ਸੱਜ ਬੈਠੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇੱਕ ਨਿਮਾਣਾ ਜਿਹਾ ਗੁਰਸਿੱਖ ਹਜੂਰ ਦਾ ਹੱਥ ਜੋੜ ਕੇ ਜਿਸ ਤਰ੍ਹਾਂ ਹਜੂਰ ਅੱਗੇ ਬੇਨਤੀ ਕਰਦਾ ਹੈ, ਆਓ ਸਾਧ ਸੰਗਤ ਜੀ ਆਪਾਂ ਵੀ ਦੋਨੋਂ ਹੱਥ ਜੋੜ ਕੇ ਹਜੂਰ ਅੱਗੇ ਬੇਨਤੀਆਂ ਕਰੀਏ। ਮਹਾਰਾਜ ਜੀ ਸਾਡੇ ਮਨ ਦੀ ਹਾਲਤ ਕੈਸੀ ਹੈ? ਸਾਧ ਸੰਗਤ ਜੀ, ਹਜੂਰ ਦੀ ਗੁਰਬਾਣੀ ਜੋ ਪੱਥਰ ਦਿਲਾਂ ਤੇ ਵੀ ਅਸਰ ਕਰਦੀ ਹੈ, ਆਓ ਆਪਣੇ ਸੁਰ ਤੇ ਲੈ ਚੱਲੀਏ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਦੋਨੋਂ ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਨੇ ਟੋਡੀ ਰਾਗ ਦੇ ਵਿੱਚ ਨਾਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਆਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪਰਮਾਤਮਾ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕੀ ਹੋ ਕਹਾ ਆਪਣੀ ਅਦਮਾਈ। ਕਹੋ ਕਹਾ ਆਪਣੀ ਅਦਮਾਈ। ਗੁਰਸਿੱਖ ਸੰਗਤਾਂ ਦੇ ਵਿੱਚੋਂ ਉੱਠਿਆ ਹੈ, ਹਜੂਰ ਦੇ ਦਰਸ਼ਨ ਕਰਕੇ ਗਿਆਨ ਹੋ ਗਿਆ। ਮਹਾਰਾਜ ਜੀਆਂ ਨੂੰ ਹੱਥ ਜੋੜ ਕੇ ਕਹਿੰਦਾ ਹੈ, ਹਜੂਰ ਕਹੋ ਕਹਾ ਆਪਣੀ ਅਦਮਾਈ। ਮਹਾਰਾਜ ਜੀ ਮੈਂ ਆਪ ਜੀਆਂ ਅੱਗੇ ਆਪਣੀ ਜੋ ਅਦਮਾਈ ਨੀਚਤਾਈ ਹੈ ਹਜੂਰ, ਢੀਠਤਾਈ ਹੈ ਜੋ ਮਨ ਦੇ ਵਿੱਚ ਮਹਾਰਾਜ ਜੀ ਮੇਰੇ ਪਾਪ ਚੱਲਦੇ ਹਨ, ਹਜੂਰ ਮੈਂ ਕਿੱਦਾਂ ਆਪ ਜੀਆਂ ਦੇ ਅੱਗੇ ਕਹਿਣਾ ਕਰਾਂ। ਉਰਜਿਓ ਕਨਕ ਕਾਮਨੀ ਕੇ ਰਸ। ਮਹਾਰਾਜ ਜੀ ਜਿਹੜਾ ਮੇਰਾ ਮਨ ਹੈ, ਆਪ ਜੀ ਕਹਿੰਦੇ ਹੋ ਸੰਸਾਰ ਨਾਸ਼ਵੰਤ ਹੈ, ਨਾਮ ਸਤ ਹੈ, ਨਾਮ ਜਪਿਆ ਕਰੋ ਗੁਰ ਸਿੱਖੋ ਸੁਖ ਮਿਲੇਗਾ। ਪਰ ਹਜੂਰ ਮੇਰਾ ਮਨ ਇਹ ਜਾਣਨਾ ਹੀ ਨਹੀਂ ਚਾਹੁੰਦਾ। ਹਜੂਰ ਕਨਕ ਮਹਾਰਾਜ ਜੀ ਸੋਇਨੇ ਦੇ ਤੇ ਕਾਮਨੀ ਭਾਵ ਇਸਤਰੀ ਦੇ ਰਸ ਵਿੱਚ ਮਹਾਰਾਜ ਜੀ ਮੇਰਾ ਮਨ ਲਪਟਿਆ ਹੋਇਆ ਹੈ। ਨਹਿ ਕੀਰਤ ਪ੍ਰਭ ਗਾਈ। ਮਹਾਰਾਜ ਜੀ ਆਪ ਜੀਆਂ ਦੀ ਕੀਰਤੀ ਕਦੇ ਗਾਈ ਹੀ ਨਹੀਂ। ਮਹਾਰਾਜ ਜੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਆਪ ਜੀਆਂ ਦੀ ਕੀਰਤੀ ਕਿਸ ਤਰ੍ਹਾਂ ਗਾਈ ਜਾਂਦੀ ਹੈ। ਹਜੂਰ ਆਪ ਜੀਆਂ ਦੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਹੈ, ਪਰ ਅੱਜ ਤਿੱਕਰ ਹਜੂਰ ਮੈਂ ਇਹੀ ਪੁੱਛਦਾ ਰਿਹਾ ਹਾਂ ਕਿ ਨਾਮ ਕਿਵੇਂ ਜਪੀਦਾ ਹੈ, ਕਿਹੜੀ ਵਿਧੀ ਨਾਲ ਨਾਮ ਜਪਿਆ ਜਾਂਦਾ ਹੈ। ਮਹਾਰਾਜ ਜੀ ਹੈ ਕਹਾਉਣ ਨੂੰ ਮੈਂ ਆਪ ਜੀਆਂ ਦਾ ਗੁਰਸਿੱਖ ਕਹਾਉਣਾ ਹਾਂ, ਪਰ ਮਹਾਰਾਜ ਜੀ ਐਸੀ ਅਦਮਤਾਈ ਹੈ ਕੁਝ ਪਤਾ ਨਹੀਂ। ਮਹਾਰਾਜ ਜੀ ਇਹਨਾਂ ਰਸਾਂ ਕਸਾਂ ਵਿੱਚ ਲਿਪਟ ਗਿਆ ਹਾਂ। ਆਰੰਭ ਤੋਂ ਕਹੋ ਕਹਾ। ਕਹੋ ਕਹਾ ਆਪਣੀ ਅਦਮਾਈ। ਮਹਾਰਾਜ ਜੀ ਜੋ ਮਨ ਦੀ ਨੀਚਤਾਈ ਹੈ ਹਜੂਰ ਕਿਹਨੂੰ ਕਹਿਣਾ ਕਰੀਏ, ਕਿਉਂਕਿ ਹਜੂਰ ਆਪਣੇ ਆਪ ਵਿੱਚ ਹੀ ਸ਼ਰਮ ਆ ਜਾਂਦੀ ਹੈ। ਆਪ ਜੀਆਂ ਅੱਗੇ ਵੀ ਹਜੂਰ ਖੁੱਲ੍ਹ ਕੇ ਨਹੀਂ ਮੈਂ ਦੱਸ ਸਕਦਾ ਕਿ ਮਨ ਦੇ ਵਿੱਚ ਹਜੂਰ ਐਸੇ ਫੁਰਨੇ ਉੱਠਦੇ ਹਨ। ਸੰਸਾਰ ਦੇ ਲੋਕ ਵੇਖ ਕੇ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਸਿੱਖ ਹੈ, ਪਰ ਮਹਾਰਾਜ ਜੀ ਮੇਰੇ ਮਨ ਦੀ ਹਾਲਤ ਐਸੀ ਨਹੀਂ ਹੈਗੀ। ਹਜੂਰ ਆਪਣੇ ਮਨ ਦੀ ਹਾਲਤ ਜੇ ਮੈਂ ਆਪ ਜੀਆਂ ਨੂੰ ਦੱਸਾਂ ਹਜੂਰ ਮੈਨੂੰ ਸ਼ਰਮ ਆ ਜਾਂਦੀ ਹੈ, ਤੇ ਜੇ ਲੋਕਾਂ ਨੂੰ ਪਤਾ ਲੱਗ ਜਾਵੇ ਹਜੂਰ ਕੈਸੀ ਹਾਲਤ ਹੈ, ਕੋਈ ਮੈਨੂੰ ਲਾਗੇ ਨਾ ਬਿਠਾਵੇ। ਮਹਾਰਾਜ ਜੀ ਐਸਾ ਮਾੜਾ ਪਾਪੀ ਹਾਂ ਮੈਂ। ਉਰਜਿਓ ਕਨਕ ਕਾਮਨੀ ਕੇ ਰਸ। ਮਹਾਰਾਜ ਜੀ ਮੈਂ ਉਰਜ ਗਿਆ ਹਾਂ। ਹਜੂਰ ਕਹਾਉਣ ਨੂੰ ਤਾਂ ਮੈਂ ਮਹਾਰਾਜ ਜੀ ਮਾਨੁਖ ਕਹਾਉਣਾ ਹਾਂ,
ਪਰ ਹਜੂਰ ਕਰਤੂਤ ਪਸ਼ੂ ਕੀ ਮਾਨਸ ਜਾਤ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਇਸ ਬੰਦੇ ਦੀ ਦੇਖ ਤੇਰੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਨਾਮ ਦਾ ਹੀ ਤੂੰ ਮਨੁੱਖ ਕਹਾਉਣਾ ਹੈ। ਕਿਉਂਕਿ ਪਸ਼ੂ ਵੀ ਖਾ ਲੈਂਦੇ ਹਨ, ਪਸ਼ੂ ਵੀ ਵਿਸ਼ੇ ਭੋਗ ਲੈਂਦੇ ਹਨ, ਪਸ਼ੂ ਵੀ ਬੱਚੇ ਪੈਦਾ ਕਰ ਲੈਂਦੇ ਹਨ। ਦੇਖ ਤੇਰੇ ਵਿੱਚ ਉਹਨਾਂ ਵਿੱਚ ਕੀ ਫਰਕ ਰਹਿ ਗਿਆ ਹੈ। ਜੇ ਬੰਦੇ ਵਿੱਚ ਫਰਕ ਹੈ, ਇਹ ਸਾਧ ਸੰਗਤ ਜੀ ਬੰਦੇ ਵਿੱਚ ਗਿਆਨ ਹੋ ਜਾਂਦਾ ਹੈ ਬੰਦੇ ਨੂੰ। ਭਾਵ ਇਹ ਪਸ਼ੂਆਂ ਨਾਲੋਂ ਇਹਦੇ ਵਿੱਚ ਉੱਤਮ ਗੁਣ ਹੈ, ਇਹ ਸਿੱਖ ਸਕਦਾ ਹੈ। ਪਰ ਮਹਾਰਾਜ ਜੀ ਕਰਤੂਤਾਂ ਸਭ ਪਸ਼ੂਆਂ ਵਾਲੀਆਂ ਨੇ। ਦੇਖਣ ਨੂੰ ਹਜੂਰ ਅਸੀਂ ਬੰਦਿਆਂ ਵਰਗੇ ਲੱਗਦੇ ਹਾਂ। ਲੋਕ ਪ੍ਰਚਾਰਾ ਕਰੈ ਦਿਨ ਰਾਤ। ਮਹਾਰਾਜ ਜੀ ਲੋਕਾਂ ਨੂੰ ਪਰਚਾਵੇ ਵਾਸਤੇ ਹੀ ਦਿਨ ਰਾਤ ਭੱਜਾ ਰਹਿਣਾ ਹਾਂ। ਬਾਹਰੋਂ ਦੇਖਣ ਨੂੰ ਸਿੱਖ ਲੱਗਦਾ ਹਾਂ, ਪਰ ਮਹਾਰਾਜ ਜੀ ਬਾਹਰੋਂ ਵੀ ਪ੍ਰਚਾਰਾ ਭਾਵ ਐਸਾ ਭੇਸ ਧਾਰਨ ਕੀਤਾ ਹੈ ਕਿ ਦੇਖ ਕੇ ਲੋਕ ਕਹਿੰਦੇ ਨੇ ਬੜਾ ਸੋਹਣਾ ਗੁਰਸਿੱਖ ਹੈ। ਲੋਕਾਂ ਨੂੰ ਹੀ ਦਿਖਾਵੇ ਦੇ ਹੀ ਹਜੂਰ ਸਿੱਖ ਬਣੇ ਹਾਂ, ਪਰ ਜੇ ਅਸਲ ਗੱਲ ਦਸੀਏ ਹਜੂਰ ਮਨ ਵਿੱਚ ਕਦੇ ਪ੍ਰੇਮ ਨੇ ਸਪਰਸ਼ ਹੀ ਨਹੀਂ ਦਿੱਤਾ। ਮਹਾਰਾਜ ਜੀ ਆਪ ਜੀਆਂ ਦੀ ਹਜੂਰੀ ਵਿੱਚ ਬੈਠੇ ਹੋਈਏ। ਮਹਾਰਾਜ ਜੀ ਜਾਗਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਤੁਸੀਂ ਸਾਡੇ ਮਨ ਦੀ ਹਾਲਤ ਨੂੰ ਜਾਣਦੇ ਹੋ। ਜੇ ਜਾਣਦੇ ਹੁੰਦੇ ਹਜੂਰ, ਮੈਂ ਮਨ ਵਿੱਚ ਐਸੇ ਪਾਪਾਂ ਬਾਰੇ ਕਿਉਂ ਸੋਚਦਾ। ਹਜੂਰ ਲੋਕ ਪ੍ਰਚਾਰਾ ਭਾਵ ਮੈਂ ਤਾਂ ਲੋਕਾਂ ਨੂੰ ਹੀ ਰਝਾਉਣ ਦੇ ਵਿੱਚ, ਖੁਸ਼ ਕਰਨ ਵਿੱਚ ਰੁੱਝਾ ਹੋਇਆ ਹਾਂ। ਕੋਈ ਸੰਸਾਰੀ ਲੋਕ ਮੇਰੇ ਤੋਂ ਰੁੱਸ ਨਾ ਜਾਣ। ਮਹਾਰਾਜ ਜੀ ਰਾਤ ਦਿਨ ਇਹਨਾਂ ਚੀਜ਼ਾਂ ਕਰਕੇ ਹੀ ਭੱਜਾ ਰਹਿਣਾ ਹਾਂ। ਬਾਹਰ ਭੇਖ ਅੰਤਰ ਮਲ ਮਾਇਆ। ਮਹਾਰਾਜ ਜੀ ਅੰਦਰ ਤਾਂ ਜੋ ਇਹ ਮਾਇਆ ਹੈ ਇਸ ਨੇ ਪ੍ਰਭਾਵ ਪਾ ਛੱਡਿਆ ਹੈ। ਬਾਹਰ ਭੇਖ ਤਾਂ ਮੈਂ ਐਸਾ ਕੀਤਾ ਹੈ, ਮੈਂ ਬੜਾ ਚੰਗਾ ਹਾਂ, ਪਰ ਹਜੂਰ ਮਨ ਦੇ ਵਿੱਚ ਬਹੁਤ ਕਪਟ ਹੈ। ਸਭ ਨਾਲ ਹੀ ਹਜੂਰ ਈਰਖਾ ਕਰਦਾ ਹਾਂ। ਪਾਪ ਵੱਲ ਬਿਰਤੀ ਜਾਂਦੀ ਹੈ, ਪਰ ਹਜੂਰ ਬਾਹਰੋਂ ਭੇਖ। ਵਾਹ ਮਹਾਰਾਜ ਜੀ, ਸਭ ਨੂੰ ਦੱਸਦਾ ਹਾਂ ਇਸ ਤਰ੍ਹਾਂ ਬਿਰਤੀ ਲੱਗਦੀ ਹੈ। ਪਤੰਜਲ ਵਿੱਚ ਕੀ ਲਿਖਿਆ ਹੈ ਹਜੂਰ, ਚਿੱਤ ਬਿਰਤੀ ਨਿਰੋਧਾ ਸਾ ਯੋਗਾ। ਐਸੀਆਂ ਕਥਾਵਾਂ ਕਰ ਕਰਕੇ ਦੱਸਦਾ ਹਾਂ, ਪਰ ਹਜੂਰ ਆਪ ਜੀਆਂ ਦਾ ਪ੍ਰੇਮ ਨਹੀਂ ਲੱਗਾ। ਕਹੋ ਕਹਾ ਕਹੋ ਕਹਾ ਆਪਣੀ ਅਦਮਾਈ। ਮਹਾਰਾਜ ਜੀ ਬਾਹਰ ਗਿਆਨ ਧਿਆਨ ਇਸ਼ਨਾਨ। ਮਹਾਰਾਜ ਜੀ ਬਾਹਰੋਂ ਸਭ ਕੁਝ ਕਰ ਲੈਣਾ ਹਾਂ। ਸਭ ਨੂੰ ਮਹਾਰਾਜ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਾ ਹਾਂ। ਅੰਤਰ ਵਿਆਪੈ ਲੋਭ ਸੁਆਨ। ਸੁਆਨ ਸਾਧ ਸੰਗਤ ਜੀ ਕੁੱਤੇ ਨੂੰ ਕਹਿੰਦੇ ਹਨ। ਹਜੂਰ ਅੰਦਰ ਲੋਭ ਦਾ ਕੁੱਤਾ ਵਸ ਗਿਆ ਹੈ ਮੇਰੇ ਅੰਦਰ। ਹਰ ਚੀਜ਼ ਵਿੱਚ ਮਹਾਰਾਜ ਜੀ ਲੋਭ ਦੇਖਦਾ ਹਾਂ। ਹਜੂਰ ਆਪ ਕਿਰਪਾ ਕਰੋ, ਐਸਾ ਨੀਚ ਹਾਂ। ਸਾਧ ਸੰਗਤ ਜੀ ਇਹ ਉਹੀ ਕਹਿੰਦੇ ਨੇ ਜਿਨ੍ਹਾਂ ਨੂੰ ਕੁਝ ਗਿਆਨ ਹੋ ਜਾਂਦਾ ਹੈ। ਭਾਵ ਮਹਾਰਾਜ ਜੀਆਂ ਦਾ ਸ਼ਬਦ ਜਦੋਂ ਸਾਧ ਸੰਗਤ ਜੀ ਅਣਿਆਲੇ ਤੀਰ ਸੀਨੇ ਵਿੱਚ ਵੱਜਦੇ ਨੇ, ਨਹੀਂ ਤਾਂ ਕੌਣ ਕਹਿੰਦਾ ਹੈ। ਸਭ ਕਹਿੰਦੇ ਹਨ ਮੈਂ ਤਾਂ ਬੜਾ ਗਿਆਨੀ ਹਾਂ, ਮੈਨੂੰ ਜੋ ਪਤਾ ਹੈ ਕਿਸੇ ਨੂੰ ਪਤਾ ਨਹੀਂ। ਇਹ ਲੋਕ ਐਵੇਂ ਤੁਰੇ ਫਿਰਦੇ ਹਨ, ਮੈਂ ਤਾਂ ਬੜਾ ਸਿਆਣਾ ਹਾਂ। ਇਹ ਤਾਂ ਸਾਧ ਸੰਗਤ ਜੀ ਹਜੂਰ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਰਦਾਸ ਕਰਨ ਦੀ ਵੱਲ ਦੱਸਦੇ ਹਨ। ਜੇ ਸਾਧ ਸੰਗਤ ਜੀ ਨਾ ਵੀ ਨਾ ਸਮਝ ਆਵੇ ਤਾਂ ਵੀ ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰ ਦੇਣੀ ਚਾਹੀਦੀ ਹੈ। ਹਜੂਰ ਆਪ ਜੀਆਂ ਦੀ ਕਥਾ ਵਿੱਚ ਸੁਣੀਦਾ ਸੀ, ਇਸ ਤਰੀਕੇ ਨਾਲ ਗੁਰਸਿੱਖ ਅਰਦਾਸ ਕਰਦੇ ਨੇ। ਮੇਰੇ ਵੀ ਮਨ ਵਿੱਚ ਚਾਅ ਉੱਠਿਆ ਹੈ ਹਜੂਰ, ਮੈਨੂੰ ਵੀ ਪ੍ਰੇਮ ਲੱਗ ਜਾਵੇ, ਮੈਂ ਵੀ ਨਿਮਾਣਾ ਬਣ ਕੇ ਸਾਧ ਸੰਗਤ ਜੀ ਆਪ ਜੀਆਂ ਦੇ ਹਜੂਰ ਦਰ ਤੇ ਆਇਆ ਹਾਂ। ਕਹੋ ਕਹਾ ਕਹੋ ਕਹਾ ਆਪਣੀ ਅਦਮਾਈ। ਜਿਸ ਤਰ੍ਹਾਂ ਸਾਧ ਸੰਗਤ ਜੀ ਅੰਤਰ ਅਗਣ ਬਾਹਰ ਤਨ ਸੁਆਹ। ਭਾਵ ਮਹਾਰਾਜ ਜੀਆਂ ਦੇ ਪਾਸ ਜਿਸ ਤਰ੍ਹਾਂ ਸਾਧ ਸੰਗਤ ਜੀ ਸੁਥਰਾ ਸਾਜ ਹੀ ਰਹਿੰਦੇ ਸਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਿਸ ਸਮੇਂ ਸਾਧ ਸੰਗਤ ਜੀ ਬਾਹਰ ਤਨ ਸੁਆਹ। ਜਿਸ ਤਰ੍ਹਾਂ ਬਾਹਰੋਂ ਤਾਂ ਸਾਧ ਸੰਗਤ ਜੀ ਲੋਕਾਂ ਨੂੰ ਦਿਖਾਉਣੇ ਹਾਂ ਗੁਰਮੁਖ, ਸਵਾਹ ਮਲਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਮੇਰੀ ਮੌਤ ਹੀ ਹੋ ਚੁੱਕੀ ਹੈ, ਮੈਨੂੰ ਕੋਈ ਵੀ ਚੀਜ਼ਾਂ ਨਹੀਂ ਵਿਆਪਦੀਆਂ। ਜਿਸ ਸਮੇਂ ਇੱਕ ਸਾਧੂ ਆਇਆ ਹਜੂਰ ਪਾਸ ਸਵਾਹ ਮਲ ਕੇ, ਭਾਈ ਸੁਥਰਾ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਤੇ ਚੌਰ ਸਾਹਿਬ ਕਰ ਰਹੇ ਸੀ। ਜਿਸ ਸਮੇਂ ਸਾਧ ਸੰਗਤ ਜੀ ਪਿੱਛੋਂ ਨਾ, ਜਿਸ ਸਮੇਂ ਸਾਧੂ ਅੱਗੇ ਆ ਕੇ ਬੈਠਾ,
ਤਾਂ ਉਸ ਸਮੇਂ ਭਾਈ ਸੁਥਰਾ ਸਾਹ ਜੀਆਂ ਨੇ ਚੜਾਉਣਾ ਸ਼ੁਰੂ ਕਰ ਦਿੱਤਾ, ਦੰਦ ਕੱਢਣੇ ਸ਼ੁਰੂ ਕਰ ਦਿੱਤੇ। ਸਾਧੂ ਵੱਲ ਦੇਖ ਕੇ ਸਾਧੂ ਭੱਜ ਕੇ ਪਿੱਛੇ ਪੈ ਗਿਆ ਸਿੱਖ ਦੇ। ਉਸ ਸਮੇਂ ਹਜੂਰ ਨੇ ਕਿਹਾ, ਸਾਧੂ ਜੀ ਤੁਸੀਂ ਸਾਡੇ ਗੁਰਸਿੱਖ ਨੂੰ ਮਾਰਨ ਵੱਲ ਦੌੜੇ ਹੋ। ਉਸ ਸਮੇਂ ਸਾਧੂ ਕਹਿੰਦਾ, ਹਜੂਰ ਕੈਸੇ ਸਿੱਖ ਰੱਖੇ ਨੇ ਆਪ ਜੀਆਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਸਾਧੂਆਂ ਦਾ ਕਿਵੇਂ ਸਤਿਕਾਰ ਕਰੀਦਾ ਹੈ। ਉਸ ਸਮੇਂ ਹਜੂਰ ਨੇ ਸੁਥਰਾ ਸ਼ਾਹ ਜੀਆਂ ਨੂੰ ਬੁਲਾਇਆ। ਹਜੂਰ ਨੇ ਪੁੱਛਿਆ, ਸੁਥਰਾ ਸ਼ਾਹ ਜੀ ਕੀ ਗੱਲ ਹੈ, ਆਪ ਜੀਆਂ ਨੇ ਸਾਧੂ ਜੀਆਂ ਨੂੰ ਕਿਉਂ ਚੜਾਇਆ ਹੈ? ਹਜੂਰ ਮੈਂ ਤਾਂ ਆਪ ਜੀਆਂ ਦੀ ਬਾਣੀ ਦੀ ਪੰਕਤੀ ਸਿੱਧ ਕਰਦਾ ਸੀ। ਹਜੂਰ ਕਹਿੰਦੇ, ਉਹ ਕਿਵੇਂ? ਹਜੂਰ ਮੈਂ ਦੇਖਦਾ ਸੀ ਬਾਹਰ ਤਾਂ ਸਵਾ ਮਲੀ ਹੈ, ਅੰਦਰ ਅਗਨ ਹੈਗੀ ਹੈ। ਜੋ ਆਪ ਜੀਆਂ ਨੇ ਪੰਜਵੇਂ ਸਰੂਪ ਵਿੱਚ ਪੰਕਤੀ ਕਹੀ ਹੈ, ਅੰਤਰ ਅਗਨ ਬਾਹਰ ਤਨ ਸੁਆ। ਹਜੂਰ ਐਸੀ ਹਾਲਤ ਹੈ, ਇਸ ਸਾਧੂ ਦੇ ਤਾਂ ਅੰਦਰ ਭਾਂਬੜ ਮਚੇ ਪਏ ਨੇ। ਸਾਧ ਸੰਗਤ ਜੀ ਐਸੀ ਹਾਲਤ ਹੈ, ਬਾਹਰੋਂ ਦੇਖਣ ਨੂੰ ਸਾਧ ਸੰਗਤ ਜੀ ਬੜੇ ਕਈ ਰਾਂ ਮਿੱਠੇ ਬੋਲ ਬੋਲੀ ਦੇਣੇ, ਬੜਾ ਝੁਕ ਝੁਕ ਕੇ, ਪਰ ਅੰਦਰ ਕਪਟ ਲੁਕਿਆ ਹੋਇਆ ਹੈ। ਹਜੂਰ ਆਪ ਕਿਰਪਾ ਕਰੋ, ਆਪ ਜੀਆਂ ਤੋਂ ਸਿਵਾ ਮੈਂ ਆਪਣੀ ਇਹ ਨੀਚਤਾਈ ਕਿਸ ਨੂੰ ਦੱਸਣਾ ਕਰਾਂ। ਉਰਜਿਓ ਕਨਕ ਕਾਮਨੀ ਕੇ ਰਸ। ਮਹਾਰਾਜ ਜੀ ਕਨਕ ਸੋਇਨੇ ਦੇ ਤੇ ਕਾਮਨੀ ਇਸਤਰੀ ਦੇ ਰਸ ਵਿੱਚ ਹਜੂਰ ਲੱਗਾ ਰਹਿਣਾ ਹਾਂ। ਜਿਸ ਤਰ੍ਹਾਂ ਸਾਧ ਸੰਗਤ ਜੀ ਪਿਆਰ ਨਾ ਹੋਵੇ ਹਿਰਦੇ ਦੇ ਵਿੱਚ ਤਾਂ ਸਭ ਕਰਮ ਫੋਕਟ ਦਿਖਦੇ ਹਨ। ਇਹ ਨੀਚਤਾਈਆਂ ਹਿਰਦੇ ਵਿੱਚ ਆ ਜਾਂਦੀਆਂ ਹਨ। ਇਹ ਸਾਧ ਸੰਗਤ ਜੀ ਹਜੂਰ ਹੀ ਕਿਰਪਾ ਕਰਨ। ਜਿਸ ਤਰ੍ਹਾਂ ਕਈ ਕਹਿੰਦੇ ਹਨ, ਸਾਡਾ ਤਾਂ ਕੰਮ ਹੀ ਗੁਰੂ ਘਰੇ ਜਾਣਾ ਹੈ, ਮੈਂ ਤਾਂ ਅੰਮ੍ਰਿਤ ਵੇਲੇ ਆ ਜਾਣਾ ਹਾਂ। ਭਾਵ ਜੇ ਅੰਦਰ ਪਿਆਰ ਨਾ ਹੋਵੇ ਤਾਂ ਸਾਧ ਸੰਗਤ ਜੀ ਫਿਰ ਹਉਮੈ ਵਾਸ ਕਰ ਜਾਂਦੀ ਹੈ। ਮੈਂ ਤਾਂ ਰਹਿਣਾ ਹੀ ਗੁਰੂ ਘਰ ਹਾਂ। ਇਹ ਮਹਾਰਾਜ ਜੀ ਐਸੇ ਹੀ ਹਉਮੈ ਦਾ ਰੋਗ ਵੀ ਅਦਮ ਚੀਜ਼ਾਂ ਹਜੂਰ ਮੇਰੇ ਅੰਦਰ ਵਸ ਗਈਆਂ ਹਨ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਮਹਾਰਾਜ ਜੀਆਂ ਦੇ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਧੰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਸਾਧ ਸੰਗਤ ਜੀ ਕੰਚਨ ਮਾਟੀ ਮਾਨੇ, ਸੋਨਾ ਤੇ ਮਿੱਟੀ ਉਹਨਾਂ ਨੂੰ ਇੱਕ ਬਰਾਬਰ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖ ਨੇ ਉਹਨਾਂ ਨੂੰ ਬੜੀ ਸੁੰਦਰ ਸੋਇਨੇ ਦੀ ਸ੍ਰੀ ਸਾਹਿਬ ਭੇਟ ਕੀਤੀ ਤਾਂ ਉਸ ਸਮੇਂ ਸ੍ਰੀ ਸਾਹਿਬ ਹੱਥ 'ਚ ਫੜ ਕੇ ਕਹਿੰਦੇ ਹਨ, ਇਹ ਤਾਂ ਬੜੀ ਸੁੰਦਰ ਸ੍ਰੀ ਸਾਹਿਬ ਹੈ, ਇਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸ਼ੋਭਦੀ ਹੈ। ਉਸੇ ਸਮੇਂ ਹੀ ਗੁਰਸਿੱਖ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਅੱਗੇ ਸਜਾ ਦਿੱਤੀ ਸ੍ਰੀ ਸਾਹਿਬ, ਕਿਉਂਕਿ ਉਹਨਾਂ ਨੂੰ ਸੋਨਾ ਤੇ ਮਿੱਟੀ ਇੱਕ ਬਰਾਬਰ ਹੈ। ਸੋਹਣੀਆਂ ਚੀਜ਼ਾਂ ਕਹਿੰਦੇ ਹਨ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਸੁੰਦਰ ਲੱਗਦੀਆਂ ਹਨ। ਪਰ ਹਜੂਰ ਮੇਰੀ ਹਾਲਤ ਕੈਸੀ ਹੈ? ਹਜੂਰ ਮੈਂ ਤਾਂ ਹਜੂਰ ਸੋਨਾ ਤੇ ਮਿੱਟੀ ਇੱਕ ਬਰਾਬਰ ਨਹੀਂ ਸਮਝਦਾ। ਨਹਿ ਕੀਰਤ ਪ੍ਰਭ ਗਾਈ। ਮਹਾਰਾਜ ਜੀ ਨਾ ਹੀ ਆਪ ਜੀਆਂ ਦੀ ਕੀਰਤੀ ਗਾਈ ਹੈ। ਮਹਾਰਾਜ ਜੀ ਮੈਂ ਤਾਂ ਰੋਜ਼ ਪਾਠ ਕਰਦਾ ਹਾਂ, ਪਰ ਹਜੂਰ ਕਹਿੰਦੇ ਹਨ ਪ੍ਰੇਮ ਨਾਲ ਨਹੀਂ ਗਾਇਆ। ਦਿਖਾਵੇ ਮਾਤਰ ਜੋ ਤੂੰ ਕੀਤਾ ਹੈ, ਦਿਖਾਵੇ ਮਾਤਰ ਕਰਦਾ ਹੈ। ਨਹਿ ਕੀਰਤ ਪ੍ਰਭ ਗਾਈ। ਇਹ ਗੁਰਸਿੱਖ ਨੇ ਜਿਸ ਤਰ੍ਹਾਂ ਹਜੂਰ ਅੱਗੇ ਅਰਦਾਸ ਕੀਤੀ ਹੈ। ਰਹਾਉ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਨੂੰ ਜੇ ਕਹੀਏ ਕਹੋ ਕਹਾ, ਮਹਾਰਾਜ ਜੀ ਕਹਿੰਦੇ ਹਨ ਕਹਿ ਆਪਣੇ ਮਨ ਦੀ ਗੱਲ, ਕਹੋ ਕਹਾ। ਕੀ ਤੇਰੇ ਮਨ ਵਿੱਚ ਚੱਲਦਾ ਹੈ ਤੂੰ ਸਾਨੂੰ ਦੱਸ ਦਿਆ ਕਰ, ਕਿਉਂਕਿ ਗੁਰਸਿੱਖ ਨੇ ਕਿਹਾ ਹੈ ਮਹਾਰਾਜ ਜੀ ਜੇ ਮੈਂ ਲੋਕਾਂ ਨੂੰ ਦੱਸਾਂ ਉਹ ਤਾਂ ਹਜੂਰ ਮੇਰਾ ਮਜ਼ਾਕ ਡਾਉਣਗੇ। ਸੰਸਾਰ ਦੀ ਹਾਲਤ ਹਜੂਰ ਐਸੀ ਹੈ ਕਿ ਊਣਤਾ ਹੀ ਹੋਵੇ ਵੀ ਨਾ ਤਾਂ ਵੀ ਸੰਸਾਰ ਦੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਉਹ ਤਾਂ ਖਲਬੀਆਂ ਡਾਉਂਦੇ ਨੇ। ਕਈ ਵਾਰਾਂ ਸਾਧ ਸੰਗਤ ਜੀ ਕਿਸੇ ਦੀ ਕੋਈ ਗੱਲ ਬਣਾ ਕੇ ਕੋਈ ਦੱਸੇ, ਦੂਜਾ ਪੁੱਛਦਾ ਤੈਨੂੰ ਕਿਵੇਂ ਪਤਾ? ਸਭ ਪਤਾ ਹੈ ਮੈਨੂੰ। ਕਹਿੰਦਾ ਹੈ ਮੈਂ ਸਭ ਜਾਣਦਾ ਹਾਂ ਇਹਨਾਂ ਬਾਬਿਆਂ ਨੂੰ ਕੀ ਕਰਦੇ ਨੇ। ਇਹ ਮਨ ਦੇ ਵਿੱਚ ਹਜੂਰ ਐਸੀ ਹਾਲਤ ਹੈ ਸੰਸਾਰ ਦੀ। ਹਜੂਰ ਕਹਿੰਦੇ ਹਨ ਤੂੰ ਸਾਨੂੰ ਦੱਸ ਦਿਆ ਕਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਆ ਕੇ ਅਰਦਾਸ ਕਰਿਆ ਕਰ। ਇਸੇ ਤਰ੍ਹਾਂ ਸਾਧ ਸੰਗਤ ਜੀ ਜੇ ਖੰਡੇ ਬਾਟੇ ਦੀ ਪਹੁਲ ਲਈ ਹੋਵੇ, ਹਜੂਰ ਦੇ ਪਿਆਰੇ ਗੁਰਸਿੱਖ ਸੱਜੇ ਹੋਈਏ, ਜੇ ਸਾਧ ਸੰਗਤ ਜੀ ਜ਼ਿੰਦਗੀ ਦੇ ਚੱਲਦੇ ਪ੍ਰਵਾਹ ਵਿੱਚ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ, ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਬਖਸ਼ਾ ਲੈਣੀਆਂ ਚਾਹੀਦੀਆਂ ਹਨ। ਜੇ ਇੱਥੇ ਬਖਸ਼ਾ ਲਈਏ ਅੱਗੇ ਫਿਰ ਸਾਧ ਸੰਗਤ ਜੀ ਦਰਗਾਹ ਵਿੱਚ ਲੇਖਾ ਭਾਵ ਨਹੀਂ ਦੇਣਾ ਪੈਂਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਕਈ ਮਹਾਰਾਜ ਜੀਆਂ ਨੇ ਬੱਜਰ ਕਰੈਤਾਂ ਦਸੀਆਂ ਹਨ। ਹਜੂਰ ਅੱਗੇ ਅਰਦਾਸ ਕਰੀਏ ਮਹਾਰਾਜ ਜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ। ਮਹਾਰਾਜ ਜੀ ਦਿੱਤੇ ਹੋਏ ਪਦਾਰਥ ਜੋ ਹਜੂਰ
ਮੈਂ ਦੇਖਦਾ ਹਾਂ ਸੰਸਾਰ ਵਿੱਚ ਕਿਸੇ ਦੇ ਨੇਤਰ ਨਹੀਂ ਹੁੰਦੇ, ਹੱਥ ਨਹੀਂ ਹੁੰਦੇ, ਲੱਤਾਂ ਨਹੀਂ ਹੁੰਦੀਆਂ, ਪਰ ਹਜੂਰ ਮੈਨੂੰ ਤਾਂ ਤੁਸੀਂ ਸਭ ਕੁਝ ਦਿੱਤਾ ਹੈ ਮਹਾਰਾਜ ਜੀ। ਪਰ ਆਪ ਜੀਆਂ ਦਾ ਦਿੱਤਾ ਖਾਨਾ ਵੀ ਹਾਂ। ਸੋਹਣੇ ਮਹਾਰਾਜ ਜੀ, ਕੈਨੇਡਾ ਆਉਣ ਦੀ ਅਰਦਾਸ ਵੀ ਕਰਾਈ ਸੀ, ਉਹ ਵੀ ਤੁਸੀਂ ਪੂਰੀ ਕਰ ਦਿੱਤੀ। ਮੈਂ ਉਦੋਂ ਹਜੂਰ ਬਹੁਤ ਪਾਠ ਕੀਤੇ ਸੀ, ਪਰ ਹਜੂਰ ਮੈਂ ਲੂਣ ਹਰਾਮੀ ਹਾਂ, ਲੂਣ ਖਾ ਕੇ ਮੈਂ ਹਰਾਮ ਕਰਦਾ ਹਾਂ। ਚਾਹੀਦਾ ਤਾਂ ਸੀ ਹਜੂਰ ਆਪ ਜੀਆਂ ਦਾ ਨਾਮ ਜਪਦਾ, ਆਪ ਮੇਰੀ ਇੰਨੀ ਲਾਗੇ ਹੋ ਕੇ ਸੁਣਦੇ ਹੋ, ਸਭ ਕੁਝ ਮੈਨੂੰ ਦਿੱਤਾ ਹੈ, ਜਾਂ ਤੇਰਾ ਬੰਦਾ ਹੋ ਜਾਣਾ ਚਾਹੀਦਾ ਸੀ। ਪਰ ਹਜੂਰ ਕੀ ਕਰਾਂ, ਲੂਣ ਹਰਾਮੀ ਆ ਹਜੂਰ, ਐਡਾ ਪਾਪੀ ਹਾਂ, ਲੂਣ ਹਰਾਮੀ ਗੁਨਹਗਾਰ, ਗੁਨਾਹ ਕਰਦਾ ਹਾਂ। ਚਾਹੀਦਾ ਤਾਂ ਸੀ ਹਜੂਰ ਆਪ ਜੀਆਂ ਦਾ ਨਮਕ ਖਾ ਕੇ ਆਪ ਜੀਆਂ ਦਾ ਨਾਮ ਜਪਦਾ, ਪਰ ਹਜੂਰ ਇੰਨਾ ਅਦਮ ਹਾਂ, ਨੀਚ ਹਾਂ, ਪਾਪੀ ਹਾਂ ਹਜੂਰ, ਮੈਂ ਕਿਹਨੂੰ ਦੱਸਣਾ ਕਰਾਂ, ਕਹੋ ਕਹਾ। ਕਹੋ ਕਹਾ ਆਪਣੀ ਅਦਮਾਈ। ਕਿਉਂਕਿ ਸਾਧ ਸੰਗਤ ਜੀ, ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ। ਮਹਾਰਾਜ ਜੀ, ਆਪ ਤੁਸੀਂ ਸਾਡੇ ਆਪਣੇ ਹੋ, ਪਰ ਹਜੂਰ ਆਪ ਜੀਆਂ ਨੂੰ ਬਗਾਨਾ ਕਰ ਛੱਡਿਆ ਹੈ। ਕਿਉਂਕਿ ਹਜੂਰ ਅਲਪ ਮਤ, ਥੋੜੀ ਮਤ ਹੈ ਨਾ ਮਹਾਰਾਜ ਜੀ। ਪਰ ਮੈਨੂੰ ਯਕੀਨ ਹੈ ਆਪ ਕਿਰਪਾ ਕਰੋਗੇ, ਜਦੋਂ ਮੈਂ ਆਪ ਅੱਗਾ ਅਰਦਾਸ ਕਰਾਂਗਾ ਹਜੂਰ ਤੁਸੀਂ ਛਾਤੀ ਨਾਲ ਲਾ ਲੋਗੇ। ਇਸੇ ਤਰ੍ਹਾਂ ਜੀਓ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤਤ। ਜਿਸ ਕਾਲ ਪੁਰਖ ਵਾਹਿਗੁਰੂ ਨੇ ਜੀਓ ਸਰੀਰ ਦਿੱਤਾ ਹੈ, ਸੁਖ ਦਿੱਤੇ ਹਨ, ਤੈਨੂੰ ਗੱਡੀਆਂ ਘਰ ਦਿੱਤੇ ਹਨ, ਉਹਨੂੰ ਤਾਂ ਬੰਦਾ ਜਾਣਦਾ ਹੀ ਨਹੀਂ। ਕਹਿੰਦਾ ਹੈ ਜੇ ਰੱਬ ਹੁੰਦਾ ਤਾਂ ਆ ਨਾ ਕਰ ਦਿੰਦਾ। ਤਾਂ ਹਜੂਰ ਕਹਿੰਦੇ ਹਨ, ਦੇਖ ਆਪਣੇ ਮਨ ਦੇ ਵਿੱਚ ਮਾਰ ਕੇ ਹਾਲਤ ਕਿ ਕਿੰਨਾ ਅਦਮ ਹੋ ਗਿਆ ਹੈ ਤੂੰ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂਡਣ ਜਾਏ। ਜਿਸ ਸਮੇਂ ਹਜੂਰ ਮਾਇਆ ਦਾ ਕਾਰਨ ਹੁੰਦਾ ਹੈ, ਮੈਂ ਰਾਤੀ 2 ਵਜੇ ਵੀ ਉੱਠ ਕੇ ਸ਼ਿਫਟ ਲਾਉਣ ਚਲੇ ਜਾਣਾ ਹਾਂ। ਮਹਾਰਾਜ ਜੀ, ਜਿਸ ਦਿਨ ਚੈੱਕ ਮਿਲਣਾ ਹੁੰਦਾ ਹੈ ਮੈਂ ਅੰਮ੍ਰਿਤ ਵੇਲੇ ਉੱਠ ਪੈਂਦਾ ਹਾਂ। ਪਰ ਹਜੂਰ ਜੇ ਨਾਮ ਜਪਣ ਦੀ ਵਾਰੀ ਆਉਂਦੀ ਹੈ 4 ਵਜੇ ਹਜੂਰ ਮੇਰੀ ਬੈਟਰੀ ਨਹੀਂ ਚਾਰਜ ਹੁੰਦੀ। ਹਜੂਰ ਕਿੱਥੇ ਉੱਠਿਆ ਜਾਂਦਾ ਹੈ, ਆਪ ਕਿਰਪਾ ਕਰੋ ਹਜੂਰ। ਮਾਇਆ ਦੇ ਕਾਰਨ ਮੈਂ ਆਪ ਜੀਆਂ ਦਾ ਗੁਰਸਿੱਖ ਨਹੀਂ, ਮੈਂ ਤਾਂ ਮਾਇਆ ਦਾ ਗੁਰਸਿੱਖ ਹਾਂ। ਐਸਾ ਅਦਮ ਹੋ ਚੁੱਕਾ ਹਾਂ, ਕਹੋ ਕਹਾ। ਕਹੋ ਕਹਾ ਆਪਣੀ ਅਦਮਾਈ। ਮਹਾਰਾਜ ਜੀ, ਆਪਣੀ ਐਸੀ ਅਦਮਤਾਈ, ਮਨ ਦੀ ਖੋਟੀ ਹਾਲਤ ਹਜੂਰ ਕਿਸ ਨੂੰ ਕਹਿਣਾ ਕਰਾਂ। ਉਰਜਿਓ ਕਣਕ ਕਾਮਨੀ ਕੇ ਰਸ। ਮਹਾਰਾਜ ਜੀ, ਜੋ ਇਹ ਰਸ ਨੇ ਇਹ ਮੈਨੂੰ ਲੱਗ ਚੁੱਕੇ ਨੇ, ਇਹ ਸੋਇਨੇ ਦਾ ਰਸ, ਇਸਤਰੀਆਂ ਦਾ ਰਸ। ਹਜੂਰ ਮੇਰਾ ਮਨ ਹਜੂਰ ਮੇਰੇ ਵੱਸ ਵਿੱਚ ਹੀ ਨਹੀਂ ਹੈਗਾ। ਨੇਤਰ ਅਮੋੜ ਹੋ ਚੁੱਕੇ ਨੇ, ਜੇ ਚਾਹਾਂ ਵੀ ਤਾਂ ਵੀ ਨਹੀਂ ਮੁੜਦੇ। ਇਹ ਕੰਨ ਹਜੂਰ ਨਿੰਦਿਆ ਦਾ ਮਹਾਰਾਜ ਜੀ ਬਹੁਤ ਵੱਡਾ ਰਸ ਲੱਗ ਗਿਆ ਹੈ। ਮੈਂ ਰੋਜ਼ ਆਪ ਜੀਆਂ ਦਾ ਹੁਕਮਨਾਮਾ ਸੁਣ ਕੇ ਸੋਚਦਾ ਹਾਂ ਅੱਜ ਗੁਰਸਿੱਖਾਂ ਵਾਲਾ ਜੀਵਨ ਜੀਵਾਂਗਾ, ਸਾਰਾ ਦਿਨ ਕੋਈ ਚੁਗਲੀ ਨਿੰਦਾ ਨਹੀਂ ਕਰਨੀ। ਪਰ ਮਹਾਰਾਜ ਜੀ, ਮੇਰਾ ਤਾਂ ਬੈਠਣਾ ਉੱਠਣਾ ਹੀ ਉਹਨਾਂ ਨਾਲ ਹੈ ਜੋ ਕਰਦੇ ਹੀ ਚੁਗਲੀ ਨਿੰਦਾ ਹੈ। ਇਹ 5 ਵਿਕਾਰ ਮੇਰੇ ਪੱਕੇ ਮਿੱਤਰ ਨੇ, ਆਪ ਕਿਰਪਾ ਕਰੋ ਹਜੂਰ। ਮੇਰੇ ਵੱਸ ਵਿੱਚ ਕੋਈ ਨਹੀਂ ਹੈਗਾ ਹਜੂਰ, ਇਹਨਾਂ ਦੇ ਵਿੱਚ ਮੇਰਾ ਮਨ ਲੱਗ ਗਿਆ ਹੈ। ਨਹਿ ਕੀਰਤ ਪ੍ਰਭ ਗਾਈ। ਤੇ ਆਪ ਜੀਆਂ ਦੀ ਕੀਰਤੀ ਹਜੂਰ ਬੜਾ ਭਾਗਾਂ ਵਾਲਾ ਦਿਨ ਉਹ ਚੜੇਗਾ, ਜਿੱਦਣ ਮੈਂ ਅੰਮ੍ਰਿਤ ਵੇਲੇ ਉੱਠ ਕੇ ਹਜੂਰ ਨਿਤਨੇਮ ਕਰਾਂਗਾ, ਸ਼ਾਮ ਨੂੰ ਸਮੇਂ ਸਿਰ ਰਹਿਰਾਸ ਸਾਹਿਬ ਕਰਾਂਗਾ। ਪਰ ਹਜੂਰ ਆਪ ਮਹਾਰਾਜ ਜੀ ਕਿਰਪਾ ਕਰਨ। ਸਾਧ ਸੰਗਤ ਜੀ, ਬੌਲਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਨਿਤਨੇਮ ਦੀਆਂ ਬਾਣੀਆਂ ਵਿੱਚ ਕਿੰਨੀਆਂ ਬਾਣੀਆਂ ਆਉਂਦੀਆਂ ਨੇ। ਜਪਜੀ ਸਾਹਿਬ ਦੀ ਸੰਥਿਆ ਨਹੀਂ ਹੋਈ। ਇਹ ਸਾਧ ਸੰਗਤ ਜੀ, ਹਜੂਰ ਦੀ ਬਾਣੀ ਤਾਂ ਪੜ੍ਹਨੀ ਸੀ, ਇਹ ਵੀ ਸ਼ਬਦ ਤਾਂ ਮਨ ਵਿੱਚ ਵਸਣਾ ਸੀ, ਕੀਰਤੀ ਤਾਂ ਗਾਉਣੀ ਸੀ। ਜੇ ਸਤ ਸੰਗਤ ਕੀਤੀ ਹੁੰਦੀ, ਬਾਣੀ ਪੜ੍ਹੀ ਹੁੰਦੀ। ਅਸੀਂ ਤਾਂ ਸਾਧ ਸੰਗਤ ਜੀ ਮਾਡਰਨ ਹੋ ਗਏ ਆ ਮਹਾਰਾਜ ਜੀ, ਸਾਨੂੰ ਤਾਂ ਅੰਗਰੇਜ਼ੀ 'ਚ ਚਾਹੀਦੀ ਬਾਣੀ, ਪੰਜਾਬੀ 'ਚ ਤਾਂ ਹਜੂਰ ਪੰਜਾਬੀ ਸਾਡੇ ਬੱਚਿਆਂ ਨੂੰ ਆਉਂਦੀ ਨਹੀਂ। ਕੀ ਕਰੀਏ ਮਹਾਰਾਜ, ਆਪ ਹੀ ਕਿਰਪਾ ਕਰੋ। ਹਜੂਰ ਅੱਗੇ ਸਾਧ ਸੰਗਤ ਜੀ ਅਰਦਾਸ ਕਰਨੀ ਚਾਹੀਦੀ ਹੈ, ਤੇ ਅਰਦਾਸ ਕਰਨ ਦੇ ਨਾਲ ਆਪ ਵੀ ਉਦਮ ਕਰਨਾ ਚਾਹੀਦਾ ਹੈ ਕਿ ਆਪਦੇ ਬੱਚਿਆਂ ਨੂੰ ਭਾਵ ਸੰਥਿਆ ਦੀਆਂ ਕਲਾਸਾਂ ਵਿੱਚ ਲੈ ਕੇ ਆਇਆ ਜਾਵੇ, ਤਾਂ ਸਾਨੂੰ ਸ਼ਬਦ ਦੀ ਮਨ ਵਿੱਚ ਹਜੂਰ ਸਮਝ ਪਵੇ। ਰਹਾਓ। ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ, ਜਿਸ ਸਮੇਂ ਗੁਰਸਿੱਖ ਐਸੇ ਉਹਨੇ ਆਪਣੇ ਮਨ ਦੀ ਹਾਲਤ ਰੱਖੀ ਹੈ, ਹਜੂਰ ਕਿਰਪਾ ਕਰਕੇ ਫਰਮਾਉਂਦੇ ਹਨ। ਜਗ ਝੂਠੇ ਕੋ ਸੱਚ ਜਾਣ ਕੇ। ਮਹਾਰਾਜ ਜੀ ਫਰਮਾਉਂਦੇ ਹਨ, ਬੰਦਿਆ ਇਹ ਤੇਰੇ ਮਨ ਵਿੱਚ ਤਾਂ ਚੀਜ਼ਾਂ ਵਸ ਗਈਆਂ ਹਨ,
ਕਿਉਂਕਿ ਇਹ ਜਗ ਜੋ ਝੂਠਾ ਹੈ, ਸੁਪਨੇ ਦੀ ਨਿਆਈ ਹੈ, ਤੂੰ ਇਸ ਨੂੰ ਸੱਚ ਜਾਣ ਲਿਆ ਹੈ। ਮਹਾਰਾਜ ਜੀ, ਪਰ ਮੈਨੂੰ ਤਾਂ ਸਭ ਕੁਝ ਸੱਚ ਪ੍ਰਤੀਤ ਹੁੰਦਾ ਹੈ। ਹਜੂਰ, ਜੋ ਮੈਨੂੰ ਇਹ ਸਭ ਮੇਰੇ ਰਿਸ਼ਤੇਦਾਰ, ਜੋ ਘਰ-ਬਾਰ ਸੱਚ ਦਿਖਦੇ ਨੇ। ਹਜੂਰ ਕਹਿੰਦੇ ਹਨ, ਇਸੇ ਕਰਕੇ ਤੇਰਾ ਮਨ ਨਾਮ ਵਿੱਚ ਨਹੀਂ ਲੱਗਦਾ, ਕਿਉਂਕਿ ਤੂੰ ਜਗ ਨੂੰ ਸੱਚ ਜਾਣ ਲਿਆ ਹੈ। ਤਾਸਿਓ ਰੁਚਿ ਉਪਜਾਈ, ਤੇ ਤੇਰੀ ਰੁਚੀ ਵੀ ਉਹਨਾਂ ਵਿੱਚ ਹੀ ਲੱਗੀ ਰਹਿੰਦੀ ਹੈ। ਸ਼ਾਮ ਨੂੰ ਜਦੇ ਘਰੇ ਵਾਪਸ ਨਹੀਂ ਆਉਂਦਾ, ਫੋਨ ਆਉਣ ਲੱਗ ਜਾਂਦੇ ਹਨ, ਕਿੱਥੇ ਰਹਿ ਗਏ ਹੋ, ਕੀ ਹੋ ਗਿਆ ਹੈ। ਮਹਾਰਾਜ ਜੀ ਕਹਿੰਦੇ ਹਨ, ਦੇਖ ਤੇਰਾ ਮਨ ਇਹਨਾਂ ਚੀਜ਼ਾਂ ਵਿੱਚ ਹੀ ਖੱਚਤ ਹੈ। ਦੀਨ ਬੰਦ ਸਿਮਰਿਓ ਨਹੀਂ ਕਬ ਹੋ, ਜੋ ਦੀਨਾਂ ਦਾ ਭਾਵ ਗਰੀਬਾਂ ਦਾ ਸੰਬੰਧੀ ਹੈ, ਜੋ ਦੀਨਾਂ ਤੇ ਮਿਹਰ ਕਰਨ ਵਾਲਾ ਹੈ। ਹਜੂਰ ਕਹਿੰਦੇ ਹਨ, ਦੇਖ ਤੂੰ ਕਦੇ ਉਸ ਨੂੰ ਸਿਮਰਿਆ ਹੀ ਨਹੀਂ। ਦੇਖੋ ਆਪਣੇ ਮਨ ਵਿੱਚ ਹਾਲਤ ਝਾਕੀ ਮਾਰ ਕੇ ਦੇਖੀਏ। ਮਹਾਰਾਜ ਜੀ, ਅਸੀਂ ਤਾਂ ਸਿਮਰਦੇ ਹਾਂ ਹਜੂਰ, ਹਰ ਰੋਜ਼ ਅੰਮ੍ਰਿਤ ਵੇਲੇ ਮੈਂ ਉੱਠ ਖਲੋਂਦਾ ਹਾਂ, ਨਾਮ ਜਪਦਾ ਹਾਂ ਹਜੂਰ। ਪਰ ਹਜੂਰ ਕਹਿੰਦੇ ਹਨ, ਦੇਖ ਤੂੰ ਨਹੀਂ ਸਿਮਰਿਆ, ਮਨ ਕਰਕੇ ਨਹੀਂ ਸਿਮਰਿਆ, ਤੇਰਾ ਮਨ ਕਿਤੇ ਹੋਰ ਹੀ ਹੁੰਦਾ ਹੈ। ਜਦੋਂ ਤੂੰ ਨਿਤਨੇਮ ਤਾਂ ਸਾਧ ਸੰਗਤ ਜੀ ਇੱਥੇ ਬਹੁਤੇ ਕਰਦੇ ਨਹੀਂ, ਮਾਫ ਕਰਿਓ, ਜਾਂ ਸੁਣਦੇ ਹਨ। ਜਦੋਂ ਸੁਣਦੇ ਹਨ ਤਾਂ ਉਦੋਂ ਹੀ ਪਤਾ ਲੱਗਦਾ ਹੈ। ਆਨੰਦ ਭਇਆ ਮੇਰੀ ਮਾਏ, ਜਪਜੀ ਸਾਹਿਬ ਸ਼ੁਰੂ ਹੋ ਗਿਆ ਸੀ, ਆਨੰਦ ਸਾਹਿਬ ਵੀ ਸੰਪੂਰਨ ਹੋ ਚੱਲਿਆ ਹੈ। ਐਸੀ ਹਾਲਤ ਹੋ ਚੁੱਕੀ ਹੈ ਸਾਧ ਸੰਗਤ ਜੀ, ਬਹਿ ਕੇ ਜੇ ਕਰਦਾ ਤਾਂ ਹਜੂਰ ਦੇ ਗੁਟਕਾ ਸਾਹਿਬ ਤੋਂ ਸਪਰਸ਼ ਮਿਲਦਾ, ਨੇਤਰ ਪਵਿੱਤਰ ਹੁੰਦੇ। ਪਰ ਮਹਾਰਾਜ ਜੀ, ਆਪ ਜੀਆਂ ਦਾ ਨਾਮ ਦਿਖਾਉਣ ਨੂੰ ਤਾਂ ਮੈਂ ਦਿਖਾਉਣਾ ਹਾਂ, ਸਭ ਕੁਝ ਕਰਦਾ ਹਾਂ, ਸੁਖਮਣੀ ਸਾਹਿਬ ਵੀ 2 ਕਰਦਾ ਹਾਂ, ਕਾਲ ਉਸਤਤ ਮੇਰੇ ਨਿਤਨੇਮ 'ਚ ਹੈ। ਪਰ ਹਜੂਰ ਮਨ ਕਰਕੇ, ਪ੍ਰੇਮ ਕਰਕੇ ਆਪ ਜੀਆਂ ਦੀ ਕੀਰਤੀ ਹਜੂਰ ਨਹੀਂ ਗਾਈ। ਹਜੂਰ ਫਰਮਾਉਂਦੇ ਹਨ, ਦੀਨ ਬੰਦ ਸਿਮਰਿਓ ਨਹੀਂ ਕਬ ਹੋ, ਕਦੇ ਵੀ ਤੂੰ ਮਨ ਕਰਕੇ ਦੇਖ, ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਨਹੀਂ ਕੀਤੀ। ਹੋਤ ਜੋ ਸੰਗ ਸਹਾਏ, ਜਿਸ ਨੇ ਤੇਰੇ ਸੰਗ ਸਹਾਈ ਹੋਣਾ ਸੀ, ਐਂਡ ਤੇ ਤੇਰੇ ਮੱਥੇ ਤੇ ਪ੍ਰਗਟ ਕੇ ਗਵਾਹੀ ਦੇਣੀ ਸੀ ਕਿ ਇਹ ਸੁਰਖਰੂ ਹੋ ਕੇ ਸੰਸਾਰ ਤੋਂ ਚੱਲਿਆ ਹੈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਮਹਾਰਾਜ ਜੀ ਕਹਿੰਦੇ ਹਨ, ਇਹ ਮਾਇਆ ਦੇ ਵਿੱਚ ਮਗਨ ਹੋ ਗਿਆ ਹੈ ਬੰਦਾ ਨਿਸ ਦਿਨ, ਰਾਤ ਦਿਨ। ਸਾਧ ਸੰਗਤ ਜੀ, ਹਜੂਰ ਇਹ ਨਹੀਂ ਕਹਿ ਰਹੇ ਕਿ ਤੂੰ ਘੰਟਾ ਕੁ ਮਗਨ ਹੋਇਆ ਹੈ। ਹਜੂਰ ਕਹਿੰਦੇ ਹਨ ਰਾਤ ਦਿਨ, ਕਿਉਂਕਿ ਹਜੂਰ ਜਾਣਦੇ ਹਨ ਕਿ ਇਹ ਨਾਈਟ ਸ਼ਿਫਟਾਂ ਵੀ ਲਾਉਂਦਾ ਹੈ, ਰਾਤ ਨੂੰ ਵੀ ਮਾਇਆ ਕਰਕੇ ਦੌੜਿਆ ਫਿਰਦਾ ਹੈ। ਅੰਮ੍ਰਿਤ ਵੇਲਾ ਇਹਦੇ ਤੋਂ ਕਿੱਥੇ ਸੰਭਾਲਿਆ ਜਾਣਾ ਸੀ। ਹਜੂਰ ਕਹਿੰਦੇ ਹਨ ਕਿ ਰਾਤ ਦਿਨ ਦੇਖ, ਜੇ ਤੈਨੂੰ ਨਾਮ ਜਪਣਾ ਪਵੇ ਤਾਂ ਸਰੀਰ ਵਿੱਚੋਂ ਮਾਨੋ ਕਿ ਮੌਤ ਹੀ ਆ ਜਾਂਦੀ ਹੈ। ਛੂਟੀ ਨ ਮਨ ਕੀ ਕਾਈ, ਫਿਰ ਮਹਾਰਾਜ ਜੀ ਕਹਿੰਦੇ ਹਨ, ਦੇਖ ਤੇਰੇ ਮਨ ਵਿੱਚ ਭਰਮ ਪੈ ਗਿਆ ਹੈ। ਇਹ ਕਾਈ ਸਾਧ ਸੰਗਤ ਜੀ, ਮਨ ਹਜੂਰ ਕਹਿੰਦੇ ਹਨ ਜੰਗਾਲ ਲੱਗ ਗਿਆ ਹੈ ਇਹਦੇ ਮਨ ਨੂੰ, ਕਿਉਂਕਿ ਤੂੰ ਕਦੇ ਨਾਮ ਹੀ ਨਹੀਂ ਜਪਿਆ ਤੇ ਝੂਠੇ ਸੰਸਾਰ ਨੂੰ ਸੱਚਾ ਜਾਣ ਕੇ ਇਹਦੇ ਵਿੱਚ ਹੀ ਲਪਟ ਗਿਆ ਹੈ। ਕਹਿ ਨਾਨਕ ਅਬ ਨਾਹਿ ਅਨੰਤ ਗਤ, ਮਹਾਰਾਜ ਜੀ ਕਹਿੰਦੇ ਹਨ, ਅਰਦਾਸ ਕਰ, ਕਹਿ ਨਾਨਕ ਅਬ ਨਾਹਿ ਅਨੰਤ ਗਤ। ਭਾਵ ਮਹਾਰਾਜ ਜੀ, ਆਪ ਜੀਆਂ ਤੋਂ ਸਿਵਾ ਮੇਰੀ ਹੋਰ ਕੋਈ ਗਤੀ ਨਹੀਂ ਕਰ ਸਕਦਾ, ਕਿਉਂਕਿ ਵੱਡਾ ਪਾਪੀ ਆ ਹਜੂਰ, ਮੇਰੇ ਵਰਗਾ ਕੋਈ ਪਾਪੀ ਨਹੀਂ ਹੋਣਾ ਤੇ ਆਪ ਜੀਆਂ ਵਰਗਾ ਹਜੂਰ ਕੋਈ ਬਖਸ਼ਣਹਾਰ ਨਹੀਂ ਹੈ। ਕਿਰਪਾ ਕਰੋ, ਹੁਣ ਆਪ ਜੀਆਂ ਦੀ ਸੰਗਤ ਵਿੱਚ ਜੇ ਤੁਸੀਂ ਸਾਨੂੰ ਲੈ ਆਏ ਹੋ, ਅੱਗੇ ਤੋਂ ਹਜੂਰ ਆਪ ਜੀਆਂ ਦਾ ਨਾਮ ਵੀ ਜਪਣ ਲੱਗ ਜਾਈਏ। ਕਹਿ ਨਾਨਕ ਅਬ ਨਾਹਿ ਅਨੰਤ ਗਤ, ਮਹਾਰਾਜ ਜੀ, ਹੋਰ ਕਿਤੇ ਸਾਡੀ ਗਤੀ ਨਹੀਂ ਹੋਣੀ। ਸਭ ਸੰਸਾਰ ਘੁੰਮ ਕੇ ਵੇਖ ਲਿਆ ਹੈ, ਸਭ ਹਜੂਰ ਆਪਣੇ ਮਤਲਬ ਕਰਕੇ ਨਾਲ ਲੱਗੇ ਹਨ, ਪਰ ਆਪ ਜੀਆਂ ਨੂੰ ਸਾਡੇ ਤੋਂ ਤਾਂ ਕੁਝ ਚਾਹੀਦਾ ਵੀ ਨਹੀਂ। ਫਿਰ ਵੀ ਹਜੂਰ ਸਤ ਸੰਗਤ ਵਿੱਚ ਲੈ ਆਉਂਦੇ ਹੋ ਮੇਰੇ ਵਰਗੇ ਪਾਪੀ ਨੂੰ। ਮਹਾਰਾਜ ਜੀ, ਆਪ ਜੀ ਧੰਨ ਹੋ। ਬਿਨ ਗੁਰ ਕੀ ਸਰਨਾਏ, ਬਿਨ ਹਰ ਕੀ ਸਰਨਾਈ। ਮਹਾਰਾਜ ਜੀ, ਜੋ ਆਪ ਹਰੀ, ਜੋ ਸਭ ਪਾਪਾਂ ਨੂੰ ਹਰ ਲੈਣ ਵਾਲੇ, ਇਹ ਸਰੀਰ ਨੂੰ ਹਰਿਆ ਭਰਿਆ ਰੱਖਣ ਵਾਲੇ, ਜੋ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀਆਂ ਤੋਂ ਬਿਨਾਂ ਸਾਨੂੰ ਕੋਈ ਨਹੀਂ ਰੱਖ ਸਕਦਾ। ਦੂਸਰ ਨਾਹੀ ਠੌਰ, ਕਿਸ ਕੋ ਜਾਚੋ ਨਰ ਹਰੀ। ਮਹਾਰਾਜ ਜੀ, ਸਾਨੂੰ ਕੋਈ ਦੂਜੀ ਹੋਰ ਠੌਰ ਹੀ ਨਹੀਂ। ਕਿਸ ਨੂੰ ਅਸੀਂ ਮਹਾਰਾਜ ਜੀ ਜਾਚਨਾ ਕਰੀਏ, ਕਿਸ ਅੱਗੇ ਜਾ ਕੇ ਬੇਨਤੀ ਕਰੀਏ। ਹਰਹੋ ਦੀਨ ਅਪਦਾ ਹਰੀ, ਮਿਹਰ ਪਾਵੋ ਦੁਖ ਹਰੋ। ਮਇਆ ਕਰੋ ਇਸ ਪਤਤ ਪਰ, ਮੰਗਲ ਕਰ ਅਪਦਾ ਹਰੋ। ਦਾਰਿਦਰ ਸਾਗਰ ਮਹਿ ਡੂਬਤੇ, ਹੇ ਮਾਇਆ ਜਗਤਾਤ, ਤੁਛ ਬਾਤ ਤੁਮ ਨਿਕਟ ਹੈ।
ਗਹਿ ਪੁਜ ਲਿਓ ਰਗਨਾਥ। ਮਹਾਰਾਜ ਜੀ, ਇਹ ਦਰਿਦਰ ਸਾਗਰ ਵਿੱਚ ਡੁੱਬਦੇ ਜਾ ਰਹੇ ਹਾਂ। ਆਪ ਜੀਆਂ ਅੱਗੇ ਤਾਂ ਤੁੱਛ ਜੀ ਬਾਤ ਹੈ, ਜੇ ਸਾਡੇ ਗਰੀਬਾਂ ਦੀ ਬਾਂਹ ਫੜ ਕੇ ਕੱਢ ਲਵੋਗੇ। ਸਾਧ ਸੰਗਤ ਜੀ, ਐਸੀ ਅਰਦਾਸ ਕਰਿਆ ਕਰੀਏ, ਮਹਾਰਾਜ ਜੀ ਸਾਨੂੰ ਸੰਗਤ ਵਿੱਚ ਬੈਠਣ ਦਾ ਵੀ ਵੱਲ ਦੱਸਣ। ਜਦੋਂ ਹਜੂਰ ਦੀ ਹਜੂਰੀ ਵਿੱਚ ਆਈਏ ਤਾਂ ਫੋਨ ਸਾਧ ਸੰਗਤ ਜੀ ਬਾਹਰ ਹੀ ਬੰਦ ਕਰਕੇ ਆਉਣੇ ਚਾਹੀਦੇ ਨੇ, ਕਿਉਂਕਿ ਇਹ ਹਜੂਰ ਦਾ ਦਰਬਾਰ ਹੈ। ਮਹਾਰਾਜ ਜੀ ਸਾਧ ਸੰਗਤ ਜੀ ਜੋ ਉਪਦੇਸ਼ ਦਿੰਦੇ ਹਨ, ਇਹ ਜੇ ਮਨ ਵਿੱਚ ਵਸਾਵਾਂਗੇ ਸਾਡਾ ਭਲਾ ਹੋਵੇਗਾ। ਜੇ ਦੇਖੋਗੇ ਕਿ ਐਵੇਂ ਭੁਚੰਗੀ ਕੁਝ ਵੀ ਬੋਲੀ ਜਾਂਦਾ ਹੈ, ਫਿਰ ਸਾਧ ਸੰਗਤ ਜੀ ਇਦਾਂ ਗੁੱਸਾ ਵੀ ਲੱਗੇਗਾ। ਇਹ ਮਹਾਰਾਜ ਜੀਆਂ ਦੇ ਦਰਬਾਰ ਚੋਂ ਹੀ ਸਿੱਖਣਾ ਹੈ। ਹਜੂਰ ਕਿਰਪਾ ਕਰਨ, ਹਜੂਰ ਦੇ ਅੱਗੇ ਮਨ ਦੀ ਹਾਲਤ ਆਪਣੀ ਦੱਸਿਆ ਕਰੀਏ। ਸਾਧ ਸੰਗਤ ਜੀ, ਕਥਾ ਕਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਆਪਣਾ ਜਸ ਇਸੇ ਤਰ੍ਹਾਂ ਹਜੂਰ ਆਪ ਕਰਵਾ ਲਿਆ ਕਰਨ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿ ਨਾਨਕ ਅਬ ਨਾਹਿ ਅਨੰਤ ਗਤ, ਬਿਨ ਗੁਰ ਬਿਨ ਹਰ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਰਮ ਸਤਿਕਾਰਯੋਗ ਸਾਜੀ 3 ਵਜੇ ਸਾਧ ਸੰਗਤ ਜੀ, ਆਪ ਜੀ ਅਨਮੋਲ ਪਵਿੱਤਰ ਬਚਨ ਸੱਚੇ ਪਾਤਸ਼ਾਹ ਦਾ ਸ਼ਾਨਾ ਮਤਾ ਇਤਿਹਾਸ ਜੋ ਕਿ ਕੌਮਾਂ ਦੀ ਜਿੰਦ ਜਾਨ ਹੈ, ਉਹ ਸਰਵਣ ਕਰ ਰਹੇ ਸੀ। ਕਥਾ ਕਰ ਰਹੇ ਹਨ ਬਹੁਤ ਹੀ ਸਨਮਾਨਯੋਗ ਭਾਈ ਕਰਮਵੀਰ ਸਿੰਘ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ,